ਆਪਣੇ ਪੈਰਾਂ ਤੇ ਖੜੇ ਹੋਣ ਤੋਂ ਅਸਮਰੱਥ ਹੋਣ ਦੇ ਬਾਵਜੂਦ ਵੀਲਚੇਅਰ ਤੇ ਬੈਠੀ ਇਹ ਬੜੀ ਹੀ ਪਿਆਰੀ ਜੋੜੀ ਆਪਣੇ ਹੀ ਪੈਰਾਂ ਤੇ ਕਿਵੇਂ ਖੜੀ ਹੈ, ਇਹ ਕਹਾਣੀ ਤੁਹਾਡੇ ਅੰਦਰ ਫਿਰ ਤੋਂ ਜਾਨ ਪਾ ਦੇਵੇਗੀ। ਐਕਚੁਅਲੀ ਮੈਂ 8 ਮਹੀਨੇ ਦਾ ਸੀਗਾ ਤੇ ਮੈਨੂੰ ਪੋਲੀਓ ਅਟੈਕ ਆ ਗਿਆ ਸੀ ਤੇ ਉਸ ਤੋਂ ਬਾਅਦ ਮੰਮਾ ਨੇ ਕਾਫੀ ਇਲਾਜ ਵੀ ਕਰਾਇਆ ਮੇਰਾ, ਬਟ ਸਹੀ ਨਹੀਂ ਹੋ ਸਕਿਆ। ਉਸ ਤੋਂ ਬਾਅਦ ਗੇਮ ਕਦੋਂ ਸ਼ੁਰੂ ਕੀਤੀ? ਗੇਮ ਮੈਂ ਐਕਚੁਅਲੀ 2016 ਤੋਂ ਸਟਾਰਟ ਕੀਤਾ ਸੀ ਵੀਲਚੇਅਰ ਕ੍ਰਿਕਟ ਤੋਂ। ਮੈਂ ਚੰਡੀਗੜ੍ਹ ਹੀ ਰਹਿੰਦਾ ਸੀਗਾ, ਸੈਕਟਰ 21 ਚ ਸਾਨੂੰ ਕੋਠੀ ਮਿਲੀ ਸਰਕਾਰੀ ਤੇ ਸਾਡੀ ਸਾਰੀ ਕ੍ਰਿਕਟ ਟੀਮ ਉੱਥੇ ਹੀ ਰਹਿੰਦੀ ਹੈ। ਤੇ ਉਸ ਤੋਂ ਬਾਅਦ ਫਿਰ ਮੈਂ ਇੰਟਰਸਟਡ ਸੀਗਾ ਬੈਡਮਿੰਟਨ ਦੇ ਵਿੱਚ ਵੀ। ਕਹਾਣੀ ਅਸ਼ਵਨੀ ਅਤੇ ਸ਼ਬਾਨਾ ਦੀ। ਦੋਵੇਂ ਬੈਡਮਿੰਟਨ ਪਲੇਅਰ ਨੇ। ਦੋਵਾਂ ਨੇ ਸੋਨ ਤਗਮੇ ਜਿੱਤ ਕੇ ਬਹੁਤ ਵਾਰ ਦੇਸ਼ ਦਾ ਨਾਮ ਰੌਸ਼ਨ ਕੀਤਾ। ਦੋਵਾਂ ਦੀ ਮੁਲਾਕਾਤ ਫੇਸਬੁੱਕ ਤੇ ਹੋਈ ਸੀ। ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਧਰਮ ਵੱਖ ਹੋਣ ਕਾਰਨ ਸ਼ਬਾਨਾ ਦਾ ਪਰਿਵਾਰ ਇਹ ਨਹੀਂ ਸੀ ਚਾਹੁੰਦਾ ਕਿ ਉਹਨਾਂ ਦੀ ਧੀ ਅਸ਼ਵਨੀ ਦੇ ਨਾਲ ਵਿਆਹ ਕਰਵਾਏ, ਪਰ ਸ਼ਬਾਨਾ ਨੇ ਧਰਮ, ਜਾਤ ਪਾਤ ਇਹ ਸਾਰੇ ਭੇਦਭਾਵ ਪਿੱਛੇ ਛੱਡ ਕੇ ਅਸ਼ਵਨੀ ਦੇ ਨਾਲ ਵਿਆਹ ਕਰਵਾਉਣ ਦਾ ਹੀ ਫੈਸਲਾ ਕੀਤਾ। ਮੈਨੂੰ ਪਤਾ ਵੀ ਨਹੀਂ ਸੀਗਾ ਕਿ ਇਹਨਾਂ ਨੇ ਮੈਨੂੰ ਮਿਲਣਾ ਵਾ, ਤਾਂ ਮੈਂ ਫੇਸਬੁੱਕ ਤੇ ਦੀ ਆਈਡੀ ਵਗੈਰਾ ਚੈੱਕ ਕਰਦਾ ਪਿਆ ਸੀ ਇੱਕ ਵਾਰੀ ਫਰੈਂਡਸ ਵਗੈਰਾ ਦੀ, ਤੇ ਅਚਾਨਕ ਮੈਨੂੰ ਇਹ ਦਿਖ ਗਏ ਫੇਸਬੁੱਕ ਤੇ। ਮੈਂ ਇਹਨਾਂ ਨੂੰ ਫਰੈਂਡ ਰਿਕੁਐਸਟ ਭੇਜਤੀ ਤੇ ਬੈਡਮਿੰਟਨ ਵਿੱਚ ਵੀ ਸੀਗੇ ਤੇ ਸਾਡੀ ਜਿਹੜੀ ਚਲੋ ਇਹਨਾਂ ਨੇ 4 ਦਿਨ ਬਾਅਦ ਐਕਸੈਪਟ ਕਰ ਲਈ ਮੇਰੀ ਰਿਕੁਐਸਟ ਤੇ ਸਾਡੀ ਗੱਲਬਾਤ ਬੈਡਮਿੰਟਨ ਦੇ ਥਰੂ ਮਤਲਬ ਕਿ ਹੋ ਲੱਗੀ ਕਿ ਕਿੱਦਾਂ ਗੇਮ ਦੇ ਵਿੱਚ ਆਇਆ ਜਾਵੇ, ਕੀ ਮਤਲਬ ਕਿ ਬੈਨੀਫਿਟ ਹੈ ਇਸ ਚੀਜ਼ ਵਿੱਚ। ਤੇ ਇਹਨਾਂ ਨੇ ਮੈਨੂੰ ਸਾਰਾ ਸਮਝਾਇਆ ਤੇ ਫਿਰ 2020 ਦੇ ਵਿੱਚ ਅਬੋਹਰ ਦੇ ਵਿੱਚ ਟ੍ਰਾਇਲ ਸੀਗਾ ਬੈਡਮਿੰਟਨ ਦਾ, ਤੇ ਮੈਂ ਟ੍ਰਾਇਲ ਦੇਣ ਗਿਆ ਸੀ, ਮੇਰੀ ਸਿਲੈਕਸ਼ਨ ਹੋ ਗਈ ਸੀ। ਕਿਵੇਂ ਡਿਸਾਈਡ ਕੀਤਾ ਸੀਗਾ? ਵਿਆਹ ਇੱਕ ਬੜਾ ਵੱਡਾ ਡਿਸੀਜਨ ਹੁੰਦਾ। ਹਾਂਜੀ ਮੈਮ, ਐਕਚੁਅਲੀ ਡਿਸੀਜਨ ਤਾਂ ਬੜਾ ਵੱਡਾ ਸੀਗਾ, ਬਟ ਮੇਰੇ ਘਰ ਵੱਲੋਂ ਤਾਂ ਮਤਲਬ ਕਿ ਰਾਜੀ ਸੀਗੇ ਸਾਰੇ, ਬਟ ਜਿਹੜੀ ਵੱਡੀ ਪ੍ਰੋਬਲਮ ਸੀ ਇਹਨਾਂ ਦੇ ਘਰ ਵੱਲੋਂ ਸੀਗੀ ਕਿ ਉਹ ਚਾਹੁੰਦੇ ਸੀਗੇ ਵੀ ਅਗਰ ਮੈਰਿਜ ਲਈ ਤਾਂ ਤਿਆਰ ਹੋ ਜਾਓਗੇ, ਅਗਰ ਮੁਸਲਿਮ ਬਣੂਗਾ ਤੇ ਅਸੀਂ ਅਪਣਾ ਲੂੰਗੇ ਇਹਨੂੰ, ਅਦਰਵਾਈਜ਼ ਨਹੀਂ। ਤੇ ਇਹ ਸਭ ਨੂੰ ਵੱਡੀ ਕੰਡੀਸ਼ਨ ਰੱਖੀ ਸੀ ਉਹਨਾਂ ਨੇ ਮੇਰੇ ਅੱਗੇ। ਹਾਂਜੀ, ਧਰਮ ਬਦਲਣਾ। ਬਟ ਫਿਰ ਮੈਂ ਮਤਲਬ ਕਿ ਖੁਦ ਹੀ ਨਹੀਂ ਬਦਲਣਾ ਚਾਹੁੰਦਾ ਸੀਗਾ, ਬਟ ਜਦੋਂ ਮੈਂ ਆਪਣੇ ਘਰਦਿਆਂ ਨੂੰ ਗੱਲ ਦੇ ਦੱਸੀ ਤੇ ਘਰਦਿਆਂ ਦਾ ਬਿਲਕੁਲ ਵੀ ਨਹੀਂ ਐਗਰੀ ਹੋਏ। ਉਹ ਕਹਿ ਰਹੇ ਜੇ ਲੜਕੀ ਆਪਣੇ ਆਪ ਫਿਰ ਸ਼ਾਦੀ ਕਰਨਾ ਚਾਹੁੰਦੀ ਹੈ ਠੀਕ ਹੈ, ਅਦਰਵਾਈਜ਼ ਧਰਮ ਨਹੀਂ ਬਦਲਣਾ। ਫਿਰ ਕਿੱਥੇ ਆ ਕੇ ਗੱਲ ਕਿਵੇਂ ਇੱਕ ਦੂਜੇ ਨੇ ਆਪਣੀ ਗੱਲ ਕਿਵੇਂ ਪੁਗਾਈ? ਮੈਮ ਫਿਰ ਸਾਡਾ ਲਾਸਟ ਡਿਸੀਜਨ ਇਹ ਸੀਗਾ ਕਿ ਆਪਣੇ ਆਪ ਕਰਵਾਉਣ ਦਾ ਸ਼ਾਦੀ। ਫਿਰ ਅਸੀਂ ਇਹ ਡਿਸੀਜਨ ਲਿੱਤਾ ਕਿ ਆਪਣੇ ਆਪ ਕਰਵਾ ਲੈਂਦੀ ਹੈ। ਇਹ ਘਰਦਿਆਂ ਦੀ ਰਜ਼ਾ ਤੋਂ ਬਗੈਰ ਹੋਈ? ਹਾਂਜੀ ਹਾਂਜੀ, ਮੇਰੇ ਘਰ ਵਾਲੇ ਐਗਰੀ ਸੀ ਕਿਉਂਕਿ ਇੱਕ ਮੁਸਲਿਮ ਨਾਲ ਵਿਆਹ ਕਰਨਾ। ਹਾਂਜੀ। ਤੁਹਾਨੂੰ ਕੋਈ प्रॉब्लम नहीं सी? नहीं, कोई प्रॉब्लम नहीं क्योंकि ना देखो धर्म की तो बात बहुत दूर हो जाती है आज के टाइम में। तो कोई धर्म किसी के लिए बस समझ लो धर्म उस चीज पे आकर रुकता है कि अगर आप किसी की हेल्प कर रहे हैं, अगर वो धर्म ही नहीं है जो कि आप किसी की हेल्प भी ना करें और सिर्फ अपने बारे में अपने धर्म के बारे में सोचें, तो वही चीज़ से मैं बिल्कुल अलग थी। क्योंकि ना मैंने सोचा था कि मैं अपनी लाइफ पार्टनर मैं धर्म के अकॉर्डिंग नहीं देखूंगी, जिससे मेरा बनता है कि हाँ भी मेरा इनसे मतलब मेरा मिलता है, सोच मेरी मिलती है उनसे, तो मैं तभी शादी करूंगी, अदरवाइज नहीं। ਅਸ਼ਵਨੀ ਤੇ ਸ਼ਬਾਨਾ ਨੂੰ ਆਪਣੀ ਜ਼ਿੰਦਗੀ ਤੋਂ ਕੋਈ ਸ਼ਿਕਾਇਤ ਨਹੀਂ ਹੈ। ਦੋਵੇਂ ਇੱਕ ਦੂਜੇ ਦੇ ਨਾਲ ਬਹੁਤ ਖੁਸ਼ ਨੇ, ਪਰ ਬਤੌਰ ਖਿਡਾਰੀ ਇਹ ਨਿਰਾਸ਼ ਵੀ ਨੇ। ਦੋਵੇਂ ਪੈਰਾ ਓਲੰਪਿਕਸ ਦੇ ਵਿੱਚ ਬਤੌਰ ਬੈਡਮਿੰਟਨ ਪਲੇਅਰ ਖੇਡਣਾ ਵੀ ਚਾਹੁੰਦੇ ਨੇ ਅਤੇ ਭਾਰਤ ਦੇ ਲਈ ਸੋਨ ਤਗਮਾ ਵੀ ਜਿੱਤਣਾ ਚਾਹੁੰਦੇ ਨੇ, ਪਰ ਜਿਸ ਵੀਲਚੇਅਰ ਤੇ ਬੈਠ ਕੇ ਇਹ ਦੋਵੇਂ ਬੈਡਮਿੰਟਨ ਖੇਡ ਸਕਦੇ ਨੇ ਉਸ ਵੀਲਚੇਅਰ ਦੀ ਕੀਮਤ बहुत ज्यादा है। दिक्कत की आंदी है व्हीलचेयर पे बैठ के क्रिकेट खेलना या बैडमिंटन खेलना बहुत बड़ा चैलेंज है। मैम देखो चाहे नॉर्मल ही होवे, बट मैटर की करदा प्रैक्टिस। जे ਆਪਾਂ ਨੂੰ ਪ੍ਰੈਕਟਿਸ ਨਹੀਂ ਹੈਗੀ ਤੇ ਆਪਾਂ ਨੋਰਮਲ ਹੋ ਕੇ ਵੀ ਉਹ ਚੀਜ਼ ਨਹੀਂ ਕਰ ਸਕਦੇ। ਜੇ ਪ੍ਰੈਕਟਿਸ ਹੈ ਤੇ ਆਪਾਂ ਚਾਹੇ ਹੈਂਡੀਕੈਪ ਹੋਈਏ ਆਪਾਂ ਉਹ ਗੇਮ 'ਚ ਇੰਪਰੂਵ ਕਰ ਜਾਵਾਂਗੇ। प्रैक्टिस इज वेरी वेरी इंपॉर्टेंट। प्रैक्टिस के साथ साथ में मैम हमारे पास व्हीलचेयर होता है ना कि अच्छी ट्रेनिंग होनी चाहिए, कोचिंग अच्छी होनी चाहिए। व्हीलचेयर जो चीज हम लोग को रिक्वायरमेंट है जिसके थ्रू हम खेल रहे हैं वो चीज अच्छा हो मतलब होना चाहिए। 74,000 ਦੀ ਇੱਕ ਵੀਲਚੇਅਰ ਹੋਣ ਕਾਰਨ ਇਹ ਦੋਵੇਂ ਆਪਣੇ ਲਈ ਵੀਲਚੇਅਰ ਨਹੀਂ ਖਰੀਦ ਸਕਦੇ। ਜਿਹੜੀ ਵੀਲਚੇਅਰ ਤੇ ਤੁਸੀਂ ਦੋਵੇਂ ਇਸ ਵੇਲੇ ਬੈਠੇ ਹੋ ਇਹ ਤਾਂ ਨਾਰਮਲੀ ਯੂਜ਼ ਹੋਣ ਵਾਲੀ ਵੀਲਚੇਅਰ ਹੈ, ਬਟ ਇਹਦੇ ਤੇ ਬੈਠ ਕੇ ਗੇਮ ਖੇਲਣਾ ਇਹ ਕਿੰਨਾ ਕੁ ਰਿਸਕੀ है या फिर नहीं मैम इस पे तो गेम खेला नहीं, इसके ऊपर गेम नहीं खेला जा सकता। जो व्हीलचेयर हमारे पास अभी अवेलेबल है जिसमें हम लोग स्पोर्ट्स खेलते हैं उसका वेट ज्यादा है, वो 12-13 किलो की है, ठीक है। और उसमें जो दिक्कत ये है कि पीछे जो है मेन दिक्कत है एलईडी पर एक है, अगर हम पीछे मूव ऐसे करते हैं बैक जाते हैं तो गिर जाएंगे हम लोग। तो इसलिए बैडमिंटन की स्पेशलिटी बनाई गई है जिसके अंदर 2 एलईडी पर लगाए जाते हैं, जिससे आप पीछे बैक भी जाओगे तो आप आराम से गिरोगे नहीं, आपको कोई रिस्क नहीं है। की मतलब कॉस्ट है उस चेयर की? अभी अगर मान लो आप जो ओरिजिनल है वो 7 लाख की है। 7 लाख जी। अभी जो चाइना वालों ने निकाली है वो 70,000 की है। 74,000 74,000 हाँ 74,000 ਤੁਹਾਡੇ ਕੋਲੋਂ ਹੈਗੀ?
नहीं नहीं, मैम वो साढ़े नहीं को है। available ਤੁਹਾਨੂੰ हमारे पास बास्केटबॉल वाली व्हील चेयर है। ਬਾਸਕਟਬਾਲ हाँ जी, ਪਰ हम उसी ਜਿਹੜੀ पे खेलते हैं। ਬਾਸਕਟਬਾਲ ਵਾਲੀ ਵੀਲਚੇਅਰ ਹੈ ਉਹਦੇ ਤੇ ਬੈਠ ਕੇ ਬੈਡਮਿੰਟਨ ਨਹੀਂ ਖੇਲਿਆ ਜਾ ਸਕਦਾ, बैडमिंटन खेला जाता था बट उसमें रिस्क होता है गिरने का। ਗਿਰਨ ਦਾ ਰਿਸਕ, ਕਿਉਂਕਿ ਹਾਂਜੀ, ਪਿੱਛੇ ਜਦੋਂ ਤੁਸੀਂ ਹੋਣਾ पीछे, ਹੈ, हाँ जी, ਤਾਂ ਪਿੱਛੇ ਡਿੱਗਣ ਦਾ ਰਿਸਕ हाँ ਪਿੱਛੇ जी, हाँ ਡਿੱਗਣ जी। ਦੇ risk। वो 100% गिरना ही गिरना होता है बंदा। ਇੱਕ ਮੈਮ ਉਹਦੇ ਵਿੱਚ ਬੈਨੀਫਿਟ ਇਹ ਆ ਜਿਹੜੀ 74,000 ਵਾਲੀ ਆ, ਜਿਹੜੀ ਸਾਡੀ ਵੀਲਚੇਅਰ ਆ ਉਹਦਾ weight ਹੈ 14 kg ਤੇ ਜਿਹੜੀ ਉਹ ਆ ਉਹ 8 ਤੋਂ 9 kg ਹੈ। ਜਿਹੜੀ 74,000 ਹੈ, हाँ जी, ਉਹ 8 ਉਹ ਈਜ਼ੀ ਵੀ ਹੈ ਫਿਰ Easy ਮਤਲਬ ਵੀ ਤੁਹਾਡੇ है। ਲਈ ਵੀ ਹੈ ਮੈਮ। ਕਿ ਜ਼ਿਆਦਾ weight ਨਹੀਂ ਹਾਂਜੀ ਹੈ। ਹਾਂਜੀ ਹਾਂਜੀ, ਉਹਦੇ ਹਾਂਜੀ। ਪਿੱਛੇ ਆਲਰੇਡੀ ਡਬਲ ਐਂਟੀ ਡਿੱਪਰ ਹੈ। ਇਹ ਗੱਲ ਜਦੋਂ ਇੱਕ ਐਨਜੀਓ ਨੂੰ ਪਤਾ ਲੱਗੀ ਤਾਂ ਉਸ ਐਨਜੀਓ ਦੇ ਵੱਲੋਂ ਇਹਨਾਂ ਨੂੰ ਇੱਕ ਵੀਲਚੇਅਰ ਦੇਣ ਦਾ ਫੈਸਲਾ ਕੀਤਾ ਗਿਆ। ਹਾਂਜੀ ਹਾਂਜੀ ਮੈਮ ਐਕਚੁਅਲੀ ਉਹ ਸਿਟੀ ਨੀਡ ਵਾਲੇ ਮਨੀਸ਼ ਸਰ ਹੈ ਤੇ ਉਹਨਾਂ ਨਾਲ ਮਤਲਬ ਕਿ ਸਾਡੀ ਗੱਲਬਾਤ ਹੋਈ ਸੀਗੀ ਤੋਂ ਸ਼ਾਇਦ 3 ਜਾਂ 4 ਮੰਥ ਪਹਿਲਾਂ ਤੇ ਉਹਨਾਂ ਨੇ ਸਾਨੂੰ ਮਤਲਬ ਕਿ ਕਿਹਾ ਸੀਗਾ ਵੀ ਚਲੋ ਉਹਨਾਂ ਨੇ ਬਟ ਮੈਮ ਜਿਹੜੀ ਸਾਡੀ ਵੀਲਚੇਅਰ ਹੈ ਨਾ ਜਿੱਤੇ ਨੂੰ ਖੇਲਦੇ ਉਹਨਾਂ ਨੂੰ ਮੋਡੀਫਾਈ ਕਰਨ ਲਈ ਕਿਹਾ ਸੀਗਾ ਬਟ ਫਿਰ ਉਹਨਾਂ ਨੂੰ ਅਸੀਂ ਸਮਝਾਇਆ ਕਿ ਜਿੱਦਾਂ ਮਤਲਬ ਕਿ 7 ਲੱਖ ਵਾਲੀ ਵੀਲਚੇਅਰ ਹੈ ਨਾ ਉਹਦੇ ਮੁਕਾਬਲੇ ਵਿੱਚ ਬੈਂਗਲੌਰ ਤੋਂ 74,000 ਵਿੱਚ ਆ ਰਹੀ ਹੈ ਤੇ ਫਿਰ ਉਹ ਐਗਰੀ ਹੋ ਗਏ ਸੀਗੇ ਦਿਲਵਾਨ ਵਿੱਚ। ਅਸ਼ਵਨੀ ਅਤੇ ਸ਼ਬਾਨਾ ਦੀ ਕਹਾਣੀ ਜਦੋਂ ਲੁਧਿਆਣਾ ਸ਼ਹਿਰ ਦੀ ਇੱਕ ਮਕਬੂਲ ਐਨਜੀਓ ਸਿਟੀ ਨੀਡਸ ਤੱਕ ਪਹੁੰਚੀ ਤਾਂ ਉਹਨਾਂ ਨੇ ਸ਼ਬਾਨਾ ਨੂੰ ਵੀਲਚੇਅਰ ਦੇਣ ਦਾ ਵਾਅਦਾ ਕੀਤਾ ਅਤੇ ਉਹ ਵੀਲਚੇਅਰ ਬਹੁਤ ਹੀ ਜਲਦ ਸ਼ਬਾਨਾ ਤੱਕ ਪਹੁੰਚਦੀ ਕਰਨਗੇ ਤੇ ਸ਼ਬਾਨਾ ਉਸ ਤੇ ਬੈਠ ਕੇ ਬਿਨਾਂ ਕਿਸੇ ਰਿਸਕ ਤੋਂ ਬੈਡਮਿੰਟਨ ਖੇਡ ਸਕੇਗੀ। ਪਰ ਇੱਥੇ ਹੁਣ ਅਸ਼ਵਨੀ ਆਮ ਲੋਕਾਂ ਨੂੰ ਅਤੇ ਸਰਕਾਰ ਨੂੰ ਇੱਕ ਅਪੀਲ ਕਰ ਰਿਹਾ ਹੈ। ਉਸਦਾ ਕਹਿਣਾ ਹੈ ਕਿ ਉਹ ਵੀ ਪੈਰਾ 올림픽ਸ ਦੇ ਵਿੱਚ ਖੇਡਣ ਜਾ ਰਿਹਾ ਹੈ ਤੇ ਇੱਕ ਵੀਲਚੇਅਰ ਦੀ ਲੋੜ ਉਸ ਨੂੰ ਵੀ ਹੈ। ਸ਼ਹਿਰ ਦੀਆਂ ਹੋਰ ਐਨਜੀਓਜ਼, ਆਮ ਲੋਕ, ਉਦਯੋਗਪਤੀ ਅਤੇ ਸਰਕਾਰਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਦੀ ਕਰਿਓ ਤਾਂ ਜੋ ਅਸ਼ਵਨੀ ਨੂੰ ਵੀ ਉਹ ਵੀਲਚੇਅਰ ਮਿਲ ਸਕੇ ਅਤੇ ਬਿਨਾਂ ਕਿਸੇ ਡਰ ਤੋਂ ਅਸ਼ਵਨੀ ਉਸ ਵੀਲਚੇਅਰ ਤੇ ਬੈਠ ਕੇ ਖੇਡ ਸਕੇ। ਸਿਟੀ ਨੀਡ ਵਾਲਿਆਂ ਨੂੰ ਉਹਨਾਂ ਦਾ ਬਹੁਤ ਥੈਂਕਸ ਕਰਦੇ ਹਾਂ ਅਸੀਂ ਜਿਹੜੀ ਸਾਨੂੰ ਇੱਕ ਵੀਲਚੇਅਰ ਉਹ ਡੋਨੇਟ ਕਰ ਰਹੇ ਪਏ ਨੇ। ਤੁਹਾਡੇ ਘਰ ਦਾ ਜਿਹੜਾ ਗੁਜ਼ਾਰਾ ਹੈ ਉਹ ਗੇਮ ਦੇ ਸਿਰ ਤੇ ਚੱਲ ਰਿਹਾ? ਹਾਂਜੀ ਮੈਮ ਐਕਚੁਅਲੀ ਗੇਮ ਦੇ ਸਿਰ ਤੇ ਜ਼ਿਆਦਾ ਜਿਹੜੀ ਪੈਨਸ਼ਨ ਆਉਂਦੀ ਹੈ ਸਾਨੂੰ ਤੇ ਮੇਰੇ ਮਦਰ ਦੀ ਪੈਨਸ਼ਨ ਆ, ਇਹਦੀ ਪੈਨਸ਼ਨ ਆ ਤੇ ਮੇਰੀ ਪੈਨਸ਼ਨ ਆ ਤੇ ਉਹਨਾਂ ਨੇ ਗੁਜ਼ਾਰਾ ਚੱਲਦਾ। ਬਾਕੀ ਮੈਮ ਸਾਨੂੰ ਕੋਚਿੰਗ ਫੀਸ ਤੇ ਡਾਈਟ ਵਗੈਰਾ ਦਾ ਬਾਹਰੋਂ ਹੋ ਰਿਹਾ ਸਾਡਾ ਟੇਬ वाले सारे करते हैं साਡਾ। ऑक्टेबल में स्पॉन्सर किया हुआ है तो वो करते हैं हमारा खर्चा। ਕੋਈ ਸਰਕਾਰੀ ਮਦਦ कोई नहीं गवर्नमेंट नहीं ਉਹਨਾਂ ਵੱਲੋਂ ਪੈਨਸ਼ਨ ਨਹੀਂ ਆਉਂਦੀ ਮੈਮ, ਸਿਰਫ 1500 ਰੁਪਏ। मेन दिक्कत ये है हाँ मैम जी। कि गवर्नमेंट से कोई हेल्प नहीं हो पाएगी हमारी, जबकि वो अभी पॉलिसी वगैरह में भी है बट वो नहीं है, हम लोगों को नहीं मिल रही। ਪਰਿਵਾਰ ਚ ਹੋਰ ਕੌਣ ਕੌਣ? ਮੈਮ ਮੇਰੇ ਮਦਰ ਆ ਤੇ ਮੇਰੀ ਵਾਈਫ ਤੇ ਮੈਂ, ਬਾਕੀ ਜਿਹੜੇ ਮੇਰੇ ਬ੍ਰਦਰ ਤੇ ਮੇਰੇ ਭਾਬੀ ਉਹ ਅਲੱਗ ਰਹਿੰਦੇ ਆ। ਅਸ਼ਵਨੀ ਵੱਲੋਂ ਸਰਕਾਰ ਨੂੰ, ਐਨਜੀਓਜ਼ ਨੂੰ ਅਤੇ ਆਮ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਵੀਲਚੇਅਰ ਲੈਣ ਦੇ ਵਿੱਚ ਉਸ ਦੀ ਮਦਦ ਕੀਤੀ ਜਾਏ। ਸ਼ਬਾਨਾ, ਤੁਹਾਡੀ ਮੁਲਾਕਾਤ ਕਿਵੇਂ ਹੋਈ ਸੀ ਅਸ਼ਵਨੀ ਦੇ ਨਾਲ? हाँ, ये 2019 की बात है मैम, फेसबुक के थ्रू हमारी बात हुई थी। तब मैं अपना पहला थाईलैंड इंटरनेशनल खेल कर आई थी। उसके बाद सितंबर में मेरा नेशनल इंटरनेशनल था और अक्टूबर में मैं उनकी फेसबुक पे एक फ्रेंड रिक्वेस्ट आई थी तो तब मैंने उनसे बात करनी शुरू की थी। ਔਰ ਉਸ ਤੋਂ ਬਾਅਦ ਕਿੱਦਾਂ ਇਹ ਡਿਸਾਈਡ ਕੀਤਾ ਕਿ ਹੁਣ ਵਿਆਹ ਦੇ ਬੰਧਨ ਚ ਵੀ ਬਣੀ? हाँ, एक्चुअली ये भी स्पोर्ट्स में थे, मैं भी स्पोर्ट्स में थी और मुझको भी नीड थी कि मतलब व्हीलचेयर, क्योंकि मैं अपने मेरठ में व्हीलचेयर पर खेली थी खेलने वाली बैडमिंटन, और यहाँ पंजाब में भी इधर ही अकेले थे लुधियाना में। तो हम लोगों को मेन दिक्कत आ रही कोचिज़ की कि हम लोगों को ट्रेनिंग करने वाला प्रॉपर अभी तक नहीं मिला है। 2019 से लेकर अब तक हम खुद ही अपने आप प्रैक्टिस कर रहे हैं। तो हम लोगों की नीड भी ये थी कि ना मतलब कि भाई कोच नहीं मिलेगा तो हम दोनों आपस में मिलकर ही खेल सकते हैं। तो इसलिए हम लोगों ने डिसाइड किया, फिर इनसे बात हुई तो ये भी एग्री हो गए, कहने कि चलो ठीक है कोई बात नहीं। फिर इन्होंने अपना फर्स्ट ट्रायल दिया था भोर में, तो वहाँ वो नेशनल के लिए सिलेक्ट हुए थे। तो तब से हम लोग साथ में कर रहे हैं। फिर उसके बाद 2-3 महीने बाद हम लोगों ने 2-3 महीने बाद 1 साल बाद शादी की थी हमने, तो 1 साल बाद शादी की। ਤੁਹਾਡੇ ਪਰਿਵਾਰ ਨੇ ਕਦੀ ਤੁਹਾਨੂੰ ਅਪਰੋਚ ਕਰਨ ਦਾ ਕੋਸ਼ਿਸ਼ ਨਹੀਂ? नहीं, एक्चुअली मेरे आज तक मैं जो भी हूँ वो अपनी फैमिली की बदौलत ही हूँ, क्योंकि जो मैं आज गेम्स में आ पाई या मैं अपनी लाइफ को अकेले जी पा रही हूँ, या जैसे मान लो कहीं भी जाना आना है तो उन्होंने मुझे कभी नहीं रोका टोका। उन्होंने बोला कि जैसे कि सब लोग नॉर्मल होते हैं ऐसे आप लोग को हैंडीकैप ना समझो, जहाँ भी जाना आप लोग अकेले जाना है। तो उन्होंने मुझे ऐसे सिखाया है, तो मैं उसी के बदौलत में अपने सारे काम खुद करती हूँ। ਮਨ ਕਰਦਾ ਹੈ ਪਰਿਵਾਰ ਨੂੰ ਮਿਲਣ ਦਾ? नहीं, मैं जाती हूँ मिलने। ਅੱਛਾ, ਹੁਣ ਸਭ ਠੀਕ ਹੈ? हाँ जी, सब ठीक है, बट अभी तक ये नहीं गए, वो अभी उनको एक्सेप्ट नहीं कर रहे हैं, तो मैं मिलने चले जाती हूँ फेस्टिवल वगैरह पे, और वैसे महीने 2 महीने में गई। तो ਤੁਸੀਂ ਦੱਸਦੇ ਨਹੀਂ ਹੋ ਕਿ ਮੈਂ ਬਹੁਤ ਖੁਸ਼ ਹਾਂ ਉੱਥੇ? हाँ, उनको सब पता है, पर अभी वो ना नाराजगी वही भी है, आधी घट गई है, अभी आधी घटनी बाकी है। हाँ जी, हाँ जी, हाँ जी। अभी सब लोग मतलब
जो थोड़ा गुस्सा था बहुत कम शांत हो गया है, थोड़ा सा रह गया है, बट अभी वो भी हो जाएगा। ਅਸ਼ਵਨੀ ਨੇ ਜਦੋਂ ਦੱਸਿਆ ਕਿ ਜਦੋਂ ਉਹ ਖੇਡ ਕੇ ਅਤੇ ਜਿੱਤ ਕੇ ਆਉਂਦੇ ਨੇ ਤਾਂ ਕਦੀ 20 ਰੁਪਏ ਦਾ ਹਾਰ ਪਾ ਕੇ ਵੀ ਕਿਸੇ ਨੇ ਉਹਨਾਂ ਦਾ ਸਵਾਗਤ ਨਹੀਂ ਕੀਤਾ। ਇਹ ਸੁਣ ਕੇ ਪਤਾ ਲੱਗਾ ਕਿ ਸਮਾਜ ਅੱਜ ਵੀ ਆਪਣੀ ਜ਼ਿੰਮੇਵਾਰੀਆਂ ਤੋਂ ਜਾਣੂ ਨਹੀਂ ਹੈ। ਅਸ਼ਵਨੀ ਅਤੇ ਸ਼ਬਾਨਾ ਸਿਰਫ ਹੌਸਲਾ ਮੰਗਦੇ ਨੇ। ਇੱਕ ਲਾਈਫ ਥੋੜੀ ਜਿਹੀ ਔਖੀ ਹੋ ਜਾਂਦੀ ਹੈ ਨਾਰਮਲ ਨਾਲੋਂ। ਜਿਹੜੀ ਆਮ ਜ਼ਿੰਦਗੀ ਜਿਵੇਂ ਸਾਡੀਆਂ ਜ਼ਿੰਦਗੀਆਂ ਨੇ, ਸਾਡੀ ਲਾਈਫ ਹੈ ਜਾਂ ਸਾਡਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਕਿਤੇ ਆਣਾ ਜਾਣਾ, ਇੱਕ ਬੰਦਾ ਇੱਕ ਡਿਪੈਂਡੈਂਸੀ ਵੀ ਹੁੰਦੀ ਹੈ। ਸ਼ਾਇਦ ਤੁਸੀਂ ਖੁਦ ਡਿਪੈਂਡੈਂਟ ਹੋ ਆਪਣੇ ਆਪ ਤੇ, ਪਰ ਫਿਰ ਵੀ ਕੁਝ ਚੀਜ਼ਾਂ ਇਦਾਂ ਦੀਆਂ ਨੇ, ਕੋਈ ਕੰਮ ਇਦਾਂ ਦਾ ਹੁੰਦਾ ਜਦੋਂ ਕਿਸੇ ਦੀ ਮਦਦ ਦੀ ਲੋੜ ਹੁੰਦੀ ਹੈ। ਮੈਮ ਐਕਚੁਅਲੀ ਸਾਨੂੰ ਜਿਹੜੀ ਮਦਦ ਦੀ ਲੋੜ ਪੈਂਦੀ ਆ, ਮਤਲਬ ਕਿ ਜਿੱਦਾਂ ਤੁਸੀਂ ਲਗਾ ਲਓ ਅਸੀਂ ਟੂਰ ਤੇ ਜਾਣਾ, ਮਤਲਬ ਕਿ ਫਾਈਨੈਂਸ਼ੀਅਲੀ ਮਦਦ ਦੀ ਲੋੜ ਪੈਂਦੀ ਹੈ। ਜਿੱਦਾਂ ਅਸੀਂ ਇਹ ਕਹਿੰਦੇ ਨੇ ਵੀ ਅਸੀਂ ਆਪਣਾ ਕੰਮ ਆਪ ਕਰ ਲੈਂਦੇ ਹਾਂ, ਤੁਸੀਂ ਕਿੱਦਾਂ ਕਰਦੇ ਹੋਗੇ। ਬਾਕੀ ਮੈਮ ਜਿੱਦਾਂ ਖਾਣਾ ਪਕਾਣਾ ਇਹ ਸਭ ਕੁਝ ਆਪਣੇ ਆਪ ਕਰ ਲੈਂਦੀ ਹੈ। ਮੈਂ ਵੀ ਆਪਣੇ ਜਿਹੜੇ ਬਾਜ਼ਾਰ ਦੇ ਕੰਮ ਮੈਂ ਖੁਦ ਕਰ ਲੈਂਦਾ ਵਾ, ਮਤਲਬ ਕਿ ਸਾਨੂੰ ਇੰਨੀ ਦਿੱਕਤ नहीं होती मैम। बट अभी थोड़ी दिक्कत हम लोगों को ये आ रही है, जैसे मान लीजिए हमारा रेलवे स्टेशन है या बस स्टॉप है, वो ना एक्सेसिबल नहीं है हम लोगों के लिए। तो वहाँ पर हम लोग जैसे हम दोनों जाते हैं, हम लोग को दिल्ली जाना है मान लो, तो दिल्ली में जाने के लिए हम लोग ट्रेन बस चले गए। अब उसके अंदर जाना हम लोगों के लिए थोड़ा चैलेंजिंग है, क्योंकि ना उसमें रैंप वगैरह नहीं है या फिर लेवल पर नहीं है वो चीज़, तो उसमें ये दिक्कत आ रही। फिर हम लोग जैसे आप लोग होते हैं वो लोगों ने हमारी हेल्प कर दी, किसी ने व्हीलचेयर पकड़ी है वहाँ पर चढ़ा दिया, तो ऐसे लोग भी हैं। तो मगर ये कि हम गवर्नमेंट से हमने यहाँ भी लुधियाना स्टेशन पे मेरे को बोली है कि प्लेटफॉर्म को बराबर में लेवल पे लाया जाए ट्रेन के अकॉर्डिंग, या कोई हेल्पर होवे होते परमानेंट हेल्पर तो शायद मुझे लगा पॉसिबल नहीं है, क्योंकि वो लोग इस चीज़ पर ध्यान नहीं दे रहे हैं। अगर उसको ही लेवल में ला जाए तो फिर हमें हेल्पर की लोड भी नहीं पड़ेगी। जैसे प्लेटफार्म होता है और ट्रेन के बीच में डिस्टेंस ना हो, जैसे आपने देखा मेट्रो में, बिल्कुल मेट्रो बराबर में होती है ना, तो हमें उसमें लोड नहीं पड़ती हम किसी की हेल्प की, हम खुद चले जाते हैं, खुद आ जाते हैं। तो ये चीज़ है, इसमें हमें यहाँ थोड़ी दिक्कत आती है, बाकी और कोई चीज़ में कोई दिक्कत नहीं है। 1500 रुपए पेंशन, 1500 एक बहुत छोटी अमाउंट है देखी जाए तो। मैम 1500 रुपये बहुत छोटी अमाउंट है, बट फिर भी देखिए हमारे अंदर जज्बा है कि हमारा 2024 में पैरालंपिक आ रहा है, उसके लिए हम सेक्रीफाइस इतना कर रहे हैं कि हम बता नहीं सकते आपको। क्योंकि हमारा एक बार वहाँ पर हम लोगों ने वहाँ मेडल लग गया, तो हमें गवर्नमेंट की तरफ से पूरा सपोर्ट मिल जाना है, उसी का हम वेट कर रहे हैं। उसी वजह से हम लोग इस दौड़ में है कि हम लोग अपना 4 टूर्नामेंट ये खेल लें, रैंकिंग हमारी अच्छी बन जाए, जिसके लिए हमारा पैरालंपिक में हमारा सिलेक्शन हो जाए। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਇਹਨਾਂ ਦੋਵਾਂ ਨੇ ਅਪੀਲ ਕੀਤੀ ਹੈ ਕਿ ਇੱਕ ਵਾਰ ਇਹਨਾਂ ਨਾਲ ਮੁਲਾਕਾਤ ਕਰਕੇ ਇਹਨਾਂ ਦੀਆਂ ਜ਼ਰੂਰਤਾਂ ਸੁਣ ਲਈਆਂ ਜਾਣ। ਹੁਣ ਤੱਕ ਕਿੰਨੇ ਕੁ ਮੈਡਲਸ ਜਿੱਤ ਚੁੱਕੇ ਹੋ? ਵੈਸੇ ਪਿੱਛੇ ਲੱਗੇ ਦਿਖ ਰਹੇ ਨੇ, ਪਰ ਇੱਕ ਵਾਰ ਜ਼ਰੂਰ ਦੱਸੋ ਕਿੱਥੇ ਕਿੱਥੇ ਗਏ ਹੋ, ਕਿੰਨੇ ਮੈਡਲ ਜਿੱਤੇ ਨੇ? ਮੈਮ ਇਹ ਮੈਡਲ ਦੇ ਵਿੱਚ ਕੁਝ ਮੇਰੇ ਕ੍ਰਿਕਟ ਦੇ ਮੈਡਲ ਵੀ ਆ, ਤੇ ਲਾਸਟ ਈਅਰ ਮੈਂ ਸਤੰਬਰ ਵਿੱਚ ਗਈ ਸੀ, ਅਗਸਤ ਵਿੱਚ ਕੇਰਲਾ ਗਏ ਸੀ ਮੈਂ, ਉੱਥੋਂ 2 골ਡ ਸੀਗੇ ਮੇਰੇ ਤੇ 2 골ਡ ਹੀ ਮੇਰੀ ਵਾਈਫ ਦੇ ਸੀਗੇ। ਤੇ ਇਸ ਵਾਰ ਮੈਂ क्वार्टर फाइनल से जैसे डबल थे सिंगल के बीच। कितने लोगों से हमने बात की है कि हमें ट्रेनिंग दे दो, तो पैरा वालों को देखकर, हमें व्हीलचेयर वालों को देखकर हम कहते कि हमारे पास टाइम नहीं है, हम बस टाइम नहीं है। हम उनसे बोलते हैं आप हमें 1 घंटा ही निकाल दीजिए व्हीलचेयर, 2 घंटे हम आपसे कर लेंगे, 1 घंटा आप हमें दे दीजिए बिना कोचिंग तो किसी ਹੁਣ ਤੱਕ? हाँ जी, यूट्यूब से दे के मैम, YouTube ਤੋਂ ਦੇਖ ਕੇ? हाँ जी। YouTube ਤੋਂ ਗੇਮ ਦੇਖ ਕੇ ਹੁਣ ਡਰ ਲੱਗਦਾ ਹੁੰਦਾ ਜਦੋਂ ਜਾਂਦੇ ਤੇ? मैम बहुत ज्यादा। मैम देखो मैम वो एक बंदा प्रॉपर अपने कोच ਦੇ ਅੰਡਰ ਕੋਚਿੰਗ ਲੈ ਰਿਹਾ ਪਿਆ ਵਾ, ਇੱਕ ਸਾਲ ਦੇ ਵਿੱਚ 3 ਮਹੀਨੇ ਪ੍ਰੈਕਟਿਸ ਕਰਕੇ ਮੈਮ ਡਰ ਤਾਂ ਹੁੰਦਾ ਹੀ ਹੈ। यही बात है, ਹੁਣ पैरालंपिक्स आ रहे ने, उन्हें लेके नर्वसनेस से बहुत ज्यादा बहुत मैम ये ज्यादा। टेंशन है कि पैरालंपिक में सिलेक्शन होगा, चलो हो भी गया, वहाँ गया, मेडल नहीं लगा तो फिर भी कितना हम लोग निराश होंगे और वही पूरी मेहनत खराब हो जाएगी। इसी वजह से हम लोगों से कांटेक्ट भी कर रहे हैं, उनके आगे रिक्वेस्ट भी कर रहे हैं कि आप हमें कम से कम ट्रेनिंग दे दीजिए, पैरालंपिक तक ही हमें ट्रेनिंग दे दीजिए, बट अभी कोई एग्री नहीं। ਹੁਣ ਤੁਸੀਂ ਖੁਦ ਟ੍ਰੇਨਿੰਗ ਆਪਣੇ ਸੈਲਫ ਟ੍ਰੇਨਿੰਗ ਕਰ ਲੁਧਿਆਣਾ ਕਿੱਥੇ ਜਾ ਕੇ ਪ੍ਰੈਕਟਿਸ ਕਰਦੇ ਹੋ? ਨਾਨਕ ਸਟੇਡੀਅਮ में बैडमिंटन ਦੀ ਆਪਸ ਵਿੱਚ ਖੇਡਦੇ ਹੋ ਦੋਨੋਂ ਕਿ ਹੋਰ ਵੀ ਉੱਥੇ ਪੈਰਾਲੰਪਿਕ ਸਰ ਦੇ ਰਹੇ ਟ੍ਰੇਨਿੰਗ ਪਰ ਪੂਰਾ ਪ੍ਰੋਪਰ ਨਹੀਂ ਦੇ ਪਾ ਰਹੇ, ਮੈਂ ਕਹਿ ਰਿਹਾ। ਹੋਰ ਪਲੇਅਰਸ ਹੈਗੇ ਨੇ ਉੱਥੇ ਜਿਹੜੇ? ਨਹੀਂ ਪੈਰਾ ਦੇ ਸਿਰ 2 ਪਲੇਅਰ, 2 ਹੀ ਨੇ ਸਰ। लुधियाना शहर छोड़ नहीं है कोई और नहीं है, कोई नहीं दे रहा। नहीं कोई ध्यान। बस मैं तो आपके माध्यम से मैं एक रिक्वेस्ट करना चाहूँगी अपने जो हमारे यहाँ के ये भगवत मान जी हैं मुख्यमंत्री जी, कि भाई एक बार वो हमसे जरूर मिले। मैं ये हर वीडियो में बोलती भी हूँ कि ना बस एक बार हमसे मिलकर हमारी बात सुन लें कि हमें क्या दिक्कत है, क्योंकि अभी तक देख रहे हैं कि वो अच्छा काम कर रहे हैं, बट शायद अभी तक हमारा उनसे कांटेक्ट नहीं हो पा रहा है। तो कांटेक्ट कैसे हो पाए हमें ये भी नहीं पता चलता। तो इसलिए यही रिक्वेस्ट करूँगी कि एक बार वो हम लोगों से मिलकर हमारी बात सुने और वो हमारे अकॉर्डिंग जो हमें प्रॉब्लम्स आ रही हैं वो हमें फेस ना करनी पड़े, वो हमारी खत्म हो जाए।
ਅਸ਼ਵਨੀ ਅਤੇ ਸ਼ਬਾਨਾ ਦਾ ਕਹਿਣਾ ਹੈ ਕਿ ਜਦੋਂ ਅਸੀਂ ਜਿੱਤ ਕੇ ਆਈਏ ਲੋਕਾਂ ਦੇ ਚਿਹਰੇ ਤੇ ਮਾਣ ਅਤੇ ਮੁਸਕਾਨ ਹੋਣੀ ਚਾਹੀਦੀ ਹੈ, ਪਰ ਅਜਿਹਾ ਕਦੇ ਨਹੀਂ ਹੋਇਆ। ਤੁਹਾਡੇ ਤੇ ਤਾਂ ਮਾਣ ਮਹਿਸੂਸ ਹੋਣਾ ਚਾਹੀਦਾ ਸਰਕਾਰ ਨੂੰ, ਆਮ ਲੋਕਾਂ ਨੂੰ, ਸ਼ਹਿਰ ਦੇ ਲੋਕਾਂ ਨੂੰ, ਪੰਜਾਬ ਨੂੰ, पर बहुत निराशा हुई सुन बहुत के। ज्यादा मन निराशा है। कि कल भी इतना हमारा करो। माइंड इतना खराब हो गया, कल भी हम आए प्रैक्टिस करके, तो जो चीज़ अच्छी हम बोल रहे हैं कि हाँ हम जा रहे हैं, जाकर मेहनत हमें जो कर रहे हैं वो हमारी नहीं हो पा रही है, तो मन निराश हो जाता है आकर। फिर भी हम सोचते चलो कोई बात नहीं, जो हुआ आज गलत हुआ कल अच्छा होगा, तो वो करके फिर हम भूल के फिर हम आगे बढ़ जाते हैं। परमात्मा साथ देगा, हाँ जी, ਜਿਹਦਾ हाँ ਕੋਈ ਨਹੀਂ ਹੁੰਦਾ ਉਹਦਾ ਰੱਬ ਹੁੰਦਾ ਇਸ ਲਈ। बिल्कुल सही बात। ਹੁਣ ਤੱਕ ਤਾਂ ਇਹ ਮਹਿਸੂਸ ਕੀਤਾ ਹੀ ਹੋਣਾ ਤੁਸੀਂ ਇੰਨੇ ਸਾਲਾਂ हाँ जी मैम, हाँ जी। बिल्कुल मैम देख लीजिए, अगर कोच भी चलो मैं नहीं दे रहे, फिर भी हम मेडल तो लेकर आ रहे हैं ना, मगर ये कि हमें कोच अच्छा मिल जाएगा क्योंकि हम मेहनत कर रहे हैं। अगर हमारी मेहनत को देखकर वो कर सके और हमें कोचिंग दे, तो देखो उनका भी नाम बढ़ेगा और हमारा भी आगे मेहनत हमारी भी रंग लाएगी। ਤੁਹਾਡੀ ਇੱਕ ਡਾਈਟ ਹੁੰਦੀ ਹੈ, ਡਾਈਟ ਦਾ ਵੀ ਖਰਚਾ ਹੁੰਦਾ ਹੈ, ਪਰ ਜਿਹੜੀ ਪੈਨਸ਼ਨ ਤੁਸੀਂ ਦੱਸ ਰਹੇ ਹੋ, ਜਿੰਨੀ ਕੁ ਕਮਾਈ ਹੋ ਰਹੀ ਹੈ, ਕਿੱਦਾਂ ਮੈਨੇਜ ਹੋ ਰਿਹਾ, ਫਿਰ ਇਹ ਖਰਚਾ ਕਿਵੇਂ ਪੂਰਾ ਹੋ ਰਿਹਾ? ਮੈਮ ਬਾਤ ਕਾਫੀ ਮੁਸ਼ਕਿਲ ਨਾਲ ਹੋ ਰਿਹਾ ਪਿਆ ਵਾ, ਕਿਉਂਕਿ ਮੇਰੇ ਮਦਰ ਵੀ ਬਿਮਾਰ ਰਹਿੰਦੇ ਆ, ਉਹਨਾਂ ਨੇ ਦਵਾਈਆਂ ਦਾ ਖਰਚਾ ਵੀ ਮਤਲਬ ਕਿ ਬਾਹਰੋਂ ਮੈਮ, ਜਿੱਦਾਂ ਕੋਈ ਤੁਹਾਨੂੰ ਪਤਾ ਹੀ ਹੈ ਲੁਧਿਆਣਾ ਤੇ ਆਪਣੇ ਪੰਜਾਬ ਹੈਲਪ ਕਰਨ ਵਿੱਚ ਅੱਗੇ ਰਹਿੰਦਾ ਵਾ, ਤੇ ਕਾਫੀ ਲੋਕ ਆ ਮੈਮ ਜਿਹੜੇ ਮਤਲਬ ਕਿ ਲਕਸ਼ਮਣ ਭਾਜੀ ਆ ਉਹ ਦਵਾਈ ਵਗੈਰਾ ਦਾ ਮੰਮੀ ਦਾ ਕਰ ਦਿੰਦੇ ਆ, ਤੇ ਆਪਣਾ ਬੰਟੀ ਭਾਜੀ ਆ ਕਈ ਵਾਰ ਰਾਸ਼ਨ ਦਾ ਕਰਾ ਦਿੰਦੇ ਆ ਬਲੱਡ ਗਰੁੱਪ ਵਾਲੇ, ਤੇ ਰਿੰਕੂ ਭਾਈ ਆ ਕਰ ਭਲਾ ਹੋ ਭਲਾ ਵਾਲੇ, ਉਹ ਦੁੱਧ ਵਗੈਰਾ ਦਾ ਕਰਾ ਦਿੰਦੇ ਸਾਡਾ। ਮੈਂ ਇਦਾਂ ਹੀ ਮਤਲਬ ਕਿ ਚੱਲ ਰਿਹਾ ਪਿਆ ਵਾ, ਮਤਲਬ अभी लोगों की हेल्प लेके ही हम ਲੋਕ ਮਤਲਬ ਕਿ ਮੈਮ ਹੈਲਪ ਲਈ ਅੱਗੇ ਆ ਰਹੇ ਆ, ਅੱਛੇ ਲੋਕ ਵੀ ਆ, ਉਹ ਚਾਹੁੰਦੇ ਤੁਸੀਂ ਖੇਲੋ, ਅਸੀਂ ਬੈਠੇ ਆ ਤੁਸੀਂ ਖੇਲੋ, ਬਟ ਇਹ ਹੈ ਕਿ ਮਤਲਬ ਕਿ ਪ੍ਰੋਪਰ ਨਹੀਂ ਹੋ ਪਾ ਰਿਹਾ ਮੈਮ, ਉਹ ਅਸੀਂ ਚਾਹੁੰਦੇ ਵੀ ਪ੍ਰੋਪਰ ਹੋਵੇ ਸਾਡੇ ਲਈ, ਮਤਲਬ ਕਿ ਗਵਰਨਮੈਂਟ ਸਾਡੇ ਲਈ ਅੱਗੇ ਆਵੇ ਤੇ ਸਾਡਾ ਖਰਚਾ ਲਗਾਏ, ਜਦ ਤੱਕ ਜੋ ਜੋਬ ਨਹੀਂ ਅਵੇਲੇਬਲ, ਠੀਕ ਹੈ, ਸਾਨੂੰ ਜਿੱਦਾਂ 25-30 ਹਜ਼ਾਰ ਰੁਪਏ ਸਾਡਾ ਮੰਥਲੀ ਖਰਚਾ ਲਗਾ ਦਿੱਤਾ ਹੈ, ਕਿਉਂਕਿ ਦੇਸ਼ ਲਈ ਖੇਡਦੇ ਮੈਮ, ਅਸੀਂ ਟਾਈਮ ਵੇਸਟ ਨਹੀਂ ਕਰ ਰਹੇ ਪਏ, ਤੇ ਉਹਨਾਂ ਨੂੰ ਮਤਲਬ ਕਿ ਮੈਮ ਸਾਨੂੰ ਮੰਗਣ ਦੀ ਵੀ ਲੋੜ ਕਿਸੇ ਕੋਲ, ਅਸੀਂ ਖੁਦ ਹੀ ਕਰ ਸਕਦੇ। ਅਸੀਂ ਦੇਖਦੇ ਹਾਂ ਕਿ ਚੰਗੇ ਭਲੇ ਲੋਕ ਵੀ ਐਕਸਕਿਊਜ਼ਸ ਦਿੰਦੇ ਨੇ, ਵਿਹਲੇ ਰਹਿਣ ਦਾ ਇੱਕ ਐਕਸਕਿਊਜ਼ ਹੁੰਦਾ ਹੈ ਕਿ ਸਰਕਾਰ ਨੌਕਰੀਆਂ ਨਹੀਂ ਦੇ ਰਹੀ ਤਾਂ ਕਰਕੇ ਕੁਝ ਨਹੀਂ ਕਰ ਪਾ ਰਹੇ, ਔਰ ਫਿਰ ਉਹ ਵਿਹਲਾਪਣ ਜਿਹੜਾ ਉਹ ਗਲਤ ਰਸਤਿਆਂ ਨੂੰ ਲੈ ਕੇ ਜਾਂਦਾ, ਚਾਹੇ ਉਹ ਨਸ਼ੇ ਨੂੰ ਲੈ ਕੇ ਹੋਏ। ਬੇਰੁਜ਼ਗਾਰੀ ਸਭ ਤੋਂ ਵੱਡੀ ਜੜ ਹੈ ਹਰ ਕੁਕਰਮ ਦੀ, ਹਰ ਮਾੜੇ ਕਰਮ ਦੀ, ਚਾਹੇ ਉਹ ਨਸ਼ਾ ਅਸੀਂ ਕਹੀਏ ਜਾਂ ਫਿਰ ਚੋਰੀ ਚਕਾਰੀ ਹੋਵੇ। ਪਰ ਤੁਸੀਂ ਸਪੈਸ਼ਲੀ ਏਬਲਡ ਹੋ ਕੇ ਵੀ ਆ ਜਿਹੜੀ ਤੁਸੀਂ ਟੀ-ਸ਼ਰਟਸ ਪਾਈਆਂ ਹੋਈਆਂ ਤੇ ਦੇਸ਼ ਦਾ ਝੰਡਾ ਔਰ ਹਮੇਸ਼ਾ ਦੇਸ਼ ਦਾ ਮਾਣ ਵਧਾਇਆ, ਪਿੱਛੇ ਮੈਡਲਸ ਗਵਾਹੀ ਭਰ ਰਹੇ ਨੇ, ਤਾਂ ਜ਼ਰੂਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਸ ਤੇ। ਬਿਲਕੁਲ ਮੈਮ, ਦੇਖੋ ਮੈਮ ਅਸੀਂ ਹੈਂਡੀਕੈਪਟ ਹੋ ਕੇ ਇੱਕ ਅਲੱਗ ਲਾਈਨ ਚੁਣੀ ਹੈ, ਜੋ ਕਿ ਮਤਲਬ ਕਿ ਦੇਸ਼ ਨੂੰ ਰਿਪਰੈਜ਼ੈਂਟ ਕਰਨਾ ਇੱਕ ਬਹੁਤ ਵੱਡੀ ਗੱਲ ਹੁੰਦੀ, ਕੋਈ ਛੋਟੀ ਗੱਲ ਨਹੀਂ ਦੇਸ਼ ਨੂੰ ਰਿਪਰੈਜ਼ੈਂਟ ਕਰਨਾ, ਤੇ ਦੇਸ਼ ਦੇ ਲਈ ਖੇਲਣਾ ਕਾਫੀ ਮਤਲਬ ਕਿ ਮੁਸ਼ੱਕਤ ਤੋਂ ਬਾਅਦ ਜਾ ਕੇ ਇੰਡੀਆ ਦਾ ਝੰਡਾ ਛਾਤੀ ਤੇ ਲੱਗਦਾ ਹੈ, ਇਹ ਬਹੁਤ ਮਤਲਬ ਕਿ ਇੱਕ ਵੱਡੀ ਗੱਲ ਹੁੰਦੀ ਹੈ, ਤੇ ਉਸ ਗੱਲ ਨੂੰ ਇਗਨੋਰ ਜੇ ਕੋਈ ਕਰੇ ਤੇ ਫਿਰ ਬਹੁਤ ਜ਼ਿਆਦਾ ਦਿਲ ਨੂੰ ਦੁੱਖ ਲੱਗਦਾ ਵਾ ਕਿ ਸਾਨੂੰ ਇਗਨੋਰ ਕੀਤਾ ਜਾਂਦਾ ਵਾ, ਸਾਨੂੰ ਪ੍ਰੋਪਰ ਟ੍ਰੇਨਿੰਗ ਦੇਣ ਤੇ ਲੋਕੀ ਮਨਾ ਕਰ ਦਿੰਦੇ ਆ, ਇਹ ਬਹੁਤ ਵੱਡਾ ਮੈਟਰ ਮੈਮ ਰੱਖਦਾ ਵਾ, ਲੋਕਾਂ ਦੇ ਵੀ ਇੱਕ ਠੇਸ ਪਹੁੰਚਾਉਣ ਵਾਲੀ ਗੱਲ ਆ ਕਿ ਉਹ ਸਾਨੂੰ ਕਿਸ ਨਜ਼ਰੀਏ ਨਾਲ ਦੇਖਦੇ ਆ, ਇੱਕ ਨੋਰਮਲ ਨੂੰ ਅਲੱਗ ਨਜ਼ਰੀਏ ਨਾਲ ਦੇਖਦਾ, ਕੋਈ ਨੋਰਮਲ ਇੱਕ ਮਤਲਬ ਕਿ ਸਟੇਟ ਲੈਵਲ ਤੇ ਵੀ ਮੈਡਲ ਜਿੱਤਦਾ ਵਾ, ਉਹਨੂੰ ਇੰਨਾ ਮਾਨ ਸਨਮਾਨ ਦਿੱਤਾ ਜਾਂਦਾ ਵਾ, ਢੋਲ ਵਜਾਏ ਜਾਂਦੇ ਆ, ਬਟ ਅਸੀਂ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਦੇ ਮੈਡਲ ਜਿੱਤ ਕੇ ਆਉਂਦੇ ਆ ਤੇ ਸਾਨੂੰ ਸਮਾਜ ਇੱਕ ਮਤਲਬ ਕਿ 20 ਰੁਪਏ ਦਾ ਹਾਰ ਵੀ ਨਹੀਂ ਪਾਉਂਦਾ ਗੱਲ ਦੇ ਵਿੱਚ, ਤੇ ਇਹ उनको पता ही नहीं होता कि हम कब जा रहे हैं कब आ रहे हैं। बाकी लोगों को पता लगा, उनका गवर्नमेंट भेज रही है उन्हें, स्टेट वालों को भेज ਮੇਰੇ रही है। ਮਦਰ ਨੇ ਮੈਮ ਜਦੋਂ ਅਸੀਂ ਇੰਟਰਨੈਸ਼ਨਲ ਨੈਸ਼ਨਲ ਲਖਨਊ ਵਿੱਚ ਜਦੋਂ ਮੇਰੇ ਵਾਈਫ ਦਾ ਮੈਡਲ ਲੱਗਿਆ, ਮੇਰੇ ਮਦਰ ਨੇ ਇਨਫੋਰਮ ਵੀ ਕੀਤਾ ਕਈ ਮੱਲੇ ਵਾਲਿਆਂ ਨੂੰ, ਕਾਉਂਸਲਰ ਵਗੈਰਾ ਨੂੰ ਵੀ ਕੀਤਾ ਕਿ ਇਦਾਂ ਦਾ ਮੈਡਲ ਜਿੱਤਿਆ ਵਾ, ਉਹਦਾ ਮੁਕੀ ਮਾਨ ਸਨਮਾਨ ਕੀਤਾ, ਬਟ ਕੋਈ ਮੈਮ ਫੁੱਲਾਰੀ ਮਾਲਾ ਤੱਕ ਨਹੀਂ ਪਾਣਾ ਹੈ। ये चीज़ नहीं है। ਹੌਸਲਾ ਦੇਣਾ ਹੀ ਬਹੁਤ ਹੁੰਦਾ ਹੈ। ਬਟ ਇਗਨੋਰ ਕਰਦੇ ਆ ਨਾ ਮੈਮ, ਇਸ ਗੱਲ ਤੋਂ ਦੁੱਖ ਲੱਗਦਾ। ਇੱਕ ਦੂਜੇ ਦੇ ਸਾਥ ਤੋਂ ਖੁਸ਼ ਹੋ, ਲੱਗਦਾ ਕਿ ਜੋ ਇਹ ਮੈਨੂੰ ਸ਼ਬਾਨਾ ਮੈਨੂੰ ਸਮਝ ਸਕਦੀ ਸੀ, ਜਾਂ ਸ਼ਬਾਨਾ ਨੂੰ ਇਦਾਂ ਲੱਗਦਾ ਕਿ ਜੋ ਅਸ਼ਵਨੀ ਮੈਨੂੰ ਸਮਝ ਸਕਦੇ ਨੇ, ਹੋਰ ਕੋਈ। ਹਾਂਜੀ ਮੈਮ ਇਦਾਂ ਹੀ यही सेम बात है, तभी हम लोगों को लाइफ बढ़ रही है, अदरवाइज नहीं होता। मान लो अगर हम लोगों में सिर्फ एक जना हैंडीकैप नहीं होता, नॉर्मल होता, तो शायद ये अंडरस्टैंडिंग नहीं होती। बट अभी जो हम लोग दोनों टीचर पे हैं और दोनों ही साथ में कहीं जाते हैं आते हैं, तो अंडरस्टैंडिंग हमारी है ना मेन चीज़, तो वो एक दूसरे समझते हैं कि हाँ ये प्रॉब्लम है, तो इसलिए हमें कोई किसी तरह कोई दिक्कत नहीं, किसी की हमें हेल्प की लोड नहीं। बस जो मैंने बताया आपको, सिर्फ हेल्प की जरूरत वहाँ पड़ती है, ट्रेन में चढ़ना हो, बस में चढ़ना हो, कंफर्टेबल नहीं है, एक्सेसिबल नहीं है हम लोगों के लिए, तो बस सिर्फ वहाँ बहुत लोड पड़ती है। वरना हम युगांडा दोनों हस्बैंड वाइफ अकेले खेलने गए थे इंटरनेशनल, ਕੋਈ ਨਾਲ कोई ना ले गया, ना कोई यहाँ से गया था हमारे यहाँ से फैमिली से, ना कोई फ्रेंड्स वगैरह, हमने अपने आप मैनेज किया था। और मैम 2 व्हील चेयर है और 2 व्हील चेयर खेलने वाली,
ਸਾਥ ਨਾਲ ਬੈਗ ਤੇ ਨਾਲ ਕਿੱਟ ਵਗੈਰਾ ਅਸੀਂ ਖੁਦ ਇਕੱਲੇ ਨੇ ਕੈਰੀ ਕੀਤੇ ਨੇ। हम यहाँ से पहले हम दिल्ली गए ट्रेन से, बाई ट्रेन, फिर वहाँ से फिर हम एयरपोर्ट। तो हम लोगों को इस चीज़ से कोई दिक्कत नहीं है कि ऊपर वाले ने अगर हमसे कोई चीज़ छीनी है तो उनने हमें दुगनी वो चीज़ दी है, हमें कैपेसिटी हमें ज़्यादा दी है, तो उसके में कोई लोग वो नहीं। बस ये है कि थोड़ा सा गवर्नमेंट से हम ये रिक्वेस्ट करना चाहेंगे आपके माध्यम से कि भाई एक बार वो बैठ कर हमारी बात सुने, तभी सुधार आ पाएगा। देखो हम भी हैंडीकैप नहीं पता कितने लोग और यहाँ पर हैंडीकैप हैं, ਕਿਉਂਕਿ ਅਸੀਂ ਰੋਡ ਤੇ ਕਈ ਵਾਰ ਦੇਖਦੇ ਹਾਂ ਕੁਝ ਹੈਂਡੀਕੈਪਸ ਲੋਕ ਕਿ ਲੋਕਾਂ ਕੋਲ ਮੰਗਦੇ ਹੁੰਦੇ, ਪੈਸੇ ਮੰਗਦੇ ਹੁੰਦੇ, ਉਦੋਂ ਅਸੀਂ ਸਾਡੇ ਦਿਲ ਨੂੰ ਖੁਸ਼ੀ ਹੁੰਦੀ ਹੈ ਚਲੋ ਕਿਸੇ ਨੂੰ ਕੁਝ ਮਿਲ ਨਹੀਂ ਰਿਹਾ, ਬਟ ਸਾਡੀ ਜਿਹੜੀ ਲਾਈਨ ਅਸੀਂ ਚੁਣੀ ਹੈ ਉਹ ਇੱਕ ਬਿਲਕੁਲ ਸਹੀ ਡਿਸੀਜਨ ਸੀਗਾ। ਇੱਕ ਸਾਡਾ ਮਤਲਬ ਕਿ ਚਲੋ ਕੁਝ ਨਹੀਂ ਮਿਲ ਰਿਹਾ, ਦੇਸ਼ ਵੱਲੋਂ ਵੀ ਨਹੀਂ ਮਿਲ ਰਿਹਾ, ਪਰ ਲੋਕਾਂ ਵਿੱਚ ਨਾਮ ਤਾਂ ਹੈ ਨਾ, ਹਾਂ ਖੇਡਦੇ ਆ, ਦੇਸ਼ ਲਈ ਖੇਡਦੇ, ਉਦੋਂ ਸਾਨੂੰ ਇਸ ਚੀਜ਼ ਦੀ ਖੁਸ਼ੀ ਹੁੰਦੀ ਹੈ। ਬਹੁਤ ਛੋਟੀ ਗੱਲ ਹੈ, ਇੱਕ ਹਿੰਮਤ ਦੀ ਬੜੀ ਸੋਹਣੀ ਮਿਸਾਲ ਤੁਸੀਂ ਪੇਸ਼ ਕਰ ਰਹੇ ਹੋ, ਔਰ ਦੋਨਾਂ 'ਚ ਜਿਹੜਾ ਪਿਆਰ ਹੈ ਪਰਮਾਤਮਾ ਕਰੇ ਇਸੇ ਤਰ੍ਹਾਂ ਬਣਿਆ ਰਹੇ। ਔਰ ਇਹ ਮੈਡਲਸ ਮੈਨੂੰ ਲੱਗਦਾ ਤੁਹਾਡੇ ਹਿਸਾਬ ਨਾਲ ਬਹੁਤ ਥੋੜੇ ਹੋਣੇ ਨੇ, ਸਾਨੂੰ ਤਾਂ ਬਹੁਤ ਜ਼ਿਆਦਾ ਲੱਗ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਦੁਗੜੇ ਤਿਗੜੇ ਮੈਡਲਸ ਤੁਹਾਨੂੰ ਮਿਲਣ, ਸਰਕਾਰ ਤੱਕ ਤੁਹਾਡੀ ਆਵਾਜ਼ ਜ਼ਰੂਰ ਪਹੁੰਚੇ, ਅਸੀਂ ਪੂਰੀ ਕੋशिश ਕਰਾਂਗੇ। हाँ मैम, बस यही मेरी रिक्वेस्ट है, एक बार गवर्नमेंट हमसे बात करे, हम हमारी बातों को सुने बस। ਮੈਮ ਜਿੱਦਾਂ ਸ਼ਵਾਨਾ ਨੇ ਕਿਹਾ, ਮੈਂ ਭਗਵੰਤ ਮਾਨ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਸਾਡੀ ਹੈਲਪ ਦੇ ਲੱਗਿਆ ਹੈ। ਭਗਵੰਤ ਮਾਨ ਜੀ ਨੂੰ ਅਪੀਲ ਤਾਂ ਹੈ ਹੀ ਹੈ, ਬਟ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਵੀ ਪੰਜਾਬ ਜਾਂ ਲੁਧਿਆਣਾ ਵਿੱਚ ਕਾਫੀ ਵੱਡੇ ਵੱਡੇ ਉਦਯੋਗਪਤੀ, ਬਿਜ਼ਨਸਮੈਨ ਤੇ ਹੈਲਪਫੁਲ ਲੋਕ ਹੈ ਜਿਹੜੇ ਮਤਲਬ ਕਿ NGO ਵਗੈਰਾ ਵੀ ਚਲਾਉਂਦੇ ਨੇ, ਤੇ ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਸਾਡੀ ਹੈਲਪ ਦੇ ਲੱਗਿਆ ਜਾਏ। ਜਿੱਦਾਂ ਹੁਣ ਸਾਡੇ ਇਸ ਸਾਲ 4 ਟੂਰ ਹੈ, ਈਸਟ ਅਫਰੀਕਾ ਹੈ, ਇੰਡੋਨੇਸ਼ੀਆ, ਆਸਟ੍ਰੇਲੀਆ, ਜਾਪਾਨ, ਉਹਦੇ ਲਈ ਸਾਨੂੰ ਸਪਾਂਸਰਸ਼ਿਪ ਦੀ ਲੋੜ ਹੈ। ਅੱਛਾ, ਉਸ ਜੇ ਸਪਾਂਸਰਸ਼ਿਪ ਨਹੀਂ ਮਿਲਦੀ फिर नहीं जा पाएंगे। ਤਾਂ ਤੁਸੀਂ ਜਾ ਨਹੀਂ ਪਾਓਗੇ, ਜਾ ਨਹੀਂ ਪਾਉਂਗੇ। ਬਹੁਤ ਵੱਡੀ ਓਪਰਚ्युनिटी ਮਿਸ ਹੋ ਜਾਏਗੀ। ਬਿਲਕੁਲ ਹਾਂਜੀ। ਮੈਮ, ਤੇ ਮਤਲਬ ਕਿ ਮੇਰੀ ਵਾਈਫ ਦਾ ਪੂਰਾ ਚਾਂਸ ਹੈ ਪੈਰਾਲੰਪਿਕ ਵਿੱਚ, ਇੰਡੀਆ ਦੇ ਵਿੱਚ ਨੰਬਰ 2 ਤੇ ਚੱਲ ਰਹੀ ਹੈ ਮੇਰੀ ਲੜਕੀਆਂ ਵਿੱਚ, ਤੇ ਇਹਦਾ ਮਤਲਬ ਕਿ ਚਾਂਸ ਹੈ ਕਿ ਪੈਰਾਲੰਪਿਕ ਦੇ ਵਿੱਚ ਫੁੱਲ ਚਾਂਸ ਹੈ ਅਗਰ ਇਹ 4 ਟੂਰਨਾਮੈਂਟ ਲਗਾ ਰਹੀ ਹੈ, ਅਦਰਵਾਈਜ਼ ਨਹੀਂ। ਤੇ ਉਹਦੇ ਲਈ ਸਪਾਂਸਰਸ਼ਿਪ ਅਸੀਂ ਚਾਹੁੰਦੇ ਵੀ ਸਾਨੂੰ ਸਪਾਂਸਰਸ਼ਿਪ ਮਿਲੇ, ਤੇ ਬਾਕੀ ਜਿਹੜੀ ਵੀਲ ਚੇਅਰ ਦੀ ਨੀਡ ਹੈ ਉਹ ਚਲੋ ਕੋਈ ਇੱਕ ਦੀ ਜਗ੍ਹਾ ਸਾਨੂੰ 2 ਮਿਲ ਜੇ ਤੇ ਬਹੁਤ ਥੈਂਕਸ ਹੋਊਗਾ। ਜਿਸ NGO ਵੱਲੋਂ ਤੁਹਾਡੀ ਮਦਦ ਕੀਤੀ ਜਾ ਰਹੀ ਹੈ, ਹਾਂਜੀ। ਵੀਲਚੇਅਰ ਦਿੱਤੀ ਜਾ ਰਹੀ ਹੈ, ਹਾਂਜੀ ਹਾਂਜੀ ਕੀਮਤ ਬਹੁਤ ਜ਼ਿਆਦਾ ਉਸ ਵੀਲਚੇਅਰ ਦੀ, ਹਾਂਜੀ 70 ਇੱਕ ਵੀਲਚੇਅਰ ਦੇਣ ਦਾ ਵਾਅਦਾ ਕੀਤਾ ਹੈ। अगर हमने टूर्नामेंट नहीं खेले तो हमारी रैंकिंग नहीं बनेगी। अगर टूर्नामेंट खेलते हैं, मेडल लाते, तभी हमारी रैंकिंग बढ़ती, तभी हम उसके लिए पैरालंपिक के लिए हम क्रॉस कर पाते हैं। ये चीज़ बहुत से लोग माइंड में लाते हैं ना कि भाई नहीं, ये लोग तो स्पॉन्सरशिप मांग रहे हैं, आप 4 टूर्नामेंट इन्होंने बाहर इंटरनेशनल लगाने तो घूम के आ जाएंगे। घूम के आने का मकसद नहीं है, हमारा मकसद है 4 टूर्नामेंट में हमें अपनी वर्ल्ड रैंकिंग बनानी है, तभी हम आगे जा पाएंगे। ਇਹ ਜ਼ਰੂਰੀ ਹੁੰਦਾ। बहुत जरूरी ਹਾਂਜੀ होता ਮੈਮ, है, ਬਹੁਤ इसके बगैर हम पैरालंपिक में हम पार्टिसिपेट कर ही नहीं सकते, हमारी एंट्री नहीं जाएगी। ਚਲੋ ਇਸ ਵੀਡੀਓ ਰਾਹੀਂ ਕੋਸ਼ਿਸ਼ ਕਰਾਂਗੇ, ਜੇ ਕੋਈ ਰੱਬ ਦਾ ਬੰਦਾ, ਪਰਮਾਤਮਾ ਦਾ ਭੇਜਿਆ ਕੋਈ ਦੂਤ ਤੁਹਾਡੇ ਤੱਕ ਪਹੁੰਚੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ, ਪੂਰੀ ਕੋਸ਼ਿਸ਼ ਕਰਾਂਗੇ ਅਸੀਂ, ਔਰ ਪਰਮਾਤਮਾ ਅੱਗੇ ਅਰਦਾਸ ਵੀ ਕਰਾਂਗੇ ਕਿ ਤੁਸੀਂ ਪੈਰਾਲੰਪਿਕ ਤੱਕ ਜ਼ਰੂਰ ਪਹੁੰਚੋ, बस मैम, ਦੇਸ਼ ये ਦੇ ਲਈ सपना ਮੈਡਲ ਲੈ हमारा ਕੇ है। ਆਓ, ਔਰ ਸੁਪਨਾ ਤੁਹਾਡਾ ਵੀ ਪੂਰਾ ਹੋਏਗਾ, ਸਾਨੂੰ ਵੀ ਬਹੁਤ ਖੁਸ਼ੀ बिल्कुल ਹੋਏਗੀ। मैम, ਤੁਸੀਂ ਦੇਸ਼ ਦਾ ਮਾਣ ਵਧਾ ਰਹੇ ਹੋ, ਤੁਸੀਂ ਪੰਜਾਬ ਸੂਬੇ ਦਾ, ਲੁਧਿਆਣਾ ਸ਼ਹਿਰ ਦਾ ਮਾਣ ਵਧਾ ਰਹੇ ਹੋ, ਪਰ ਜਿਹੜੀਆਂ ਕਮੀਆਂ ਹੁਣ ਤੱਕ ਰਹੀਆਂ ਨੇ, ਸਰਕਾਰ ਅਪਰੋਚ ਨਹੀਂ ਕਰ ਪਾਈ ਤੁਹਾਡੇ ਤੱਕ, ਇਹ ਸਰਕਾਰ ਤੁਹਾਡੀ ਸੰਭਵ ਮਦਦ ਨਹੀਂ ਕਰ ਪਾਈ, ਤਾਂ ਵੀਡੀਓ ਨੂੰ ਦੇਖ ਕੇ ਜ਼ਰੂਰ ਸਰਕਾਰ ਪਹੁੰਚ ਵੀ ਕਰੇ ਤੁਹਾਡੇ ਤੱਕ, ਤੁਹਾਡੇ ਟੂਰਸ ਵੀ ਲੱਗਣ, ਪੈਰਾਲੰਪਿਕ ਤੱਕ ਪਹੁੰਚੋ, ਮੈਡਲ ਜਿੱਤ ਕੇ ਆਓ। ਇਹੀ ਸਾਡੀ ਕੋਸ਼ਿਸ਼ ਰਹੇਗੀ ਇਸ ਵੀਡੀਓ ਦੇ ਨਾਲ।